ਦੋਸਤੋ ਮੈਂ ਅਸ਼ਵਨੀ ਜੈਨ ਅੱਜ ਤੁਹਾਨੂੰ ਪੰਜਾਬੀ ਦਾ ਲੈਕਚਰ ਨੰਬਰ 3 ਲੈ ਕੇ ਆ ਰਿਹਾ ਹਾਂ। ਅੱਜ ਦੇ ਇਸ ਲੈਕਚਰ ਵਿੱਚ ਆਪਾਂ ਵਿਆਕਰਨ ਦੇ ਸ਼ਬਦ ਬੋਧ ਬਾਰੇ ਪੜਾਂਗੇ। ਪੰਜਾਬੀ ਦੇ ਦੂਸਰੇ ਆਖਰੀ ਲੈਕਚਰ ਵਿੱਚ ਆਪਾਂ ਦੇਖਿਆ ਸੀ ਕਿ ਵਿਆਕਰਨ ਦੇ 4 ਭਾਗ ਹੁੰਦੇ ਹਨ। ਪਹਿਲਾ ਭਾਗ ਅੱਖਰ ਬੋਧ, ਜਿਸ ਨੂੰ ਧੁਨੀ ਬੋਧ ਜਾਂ ਵਰਨ ਬੋਧ ਵੀ ਕਹਿੰਦੇ ਹਨ। ਦੂਸਰਾ ਭਾਗ ਸ਼ਬਦ ਬੋਧ, ਤੀਸਰਾ ਭਾਗ ਵਾਕ ਬੋਧ ਅਤੇ ਚੌਥਾ ਭਾਗ ਅਰਥ ਬੋਧ ਹੁੰਦੇ ਹਨ। ਆਪਾਂ ਅੱਖਰ ਬੋਧ ਲਾਸਟ ਚੈਪਟਰ ਵਿੱਚ ਪੂਰਾ ਕਰ ਲਿਆ ਹੈ, ਲਾਸਟ ਦੀ ਵੀਡੀਓ ਵਿੱਚ ਪੂਰਾ ਕਰ ਲਿਆ ਹੈ। ਅੱਜ ਦੇ ਇਸ ਵੀਡੀਓ ਵਿੱਚ ਆਪਾਂ ਸ਼ਬਦ ਬੋਧ ਬਾਰੇ ਪੜਾਂਗੇ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਆਖਰੀ ਲੈਕਚਰ ਨਾਲ ਸੰਬੰਧਿਤ ਜੋ ਤੁਹਾਨੂੰ ਡਾਊਟਸ ਹਨ ਮੈਂ ਤੁਹਾਨੂੰ ਉਹ ਕਲੀਅਰ ਕਰਾਂਗਾ। ਪਹਿਲਾਂ ਆਖਰੀ ਲੈਕਚਰ ਵਿੱਚ ਇੱਕ ਪ੍ਰਸ਼ਨ ਪੁੱਛਿਆ ਗਿਆ ਸੀ ਵੀ ਅੱਧਕ ਨਾਲ ਕਿੰਨੀਆਂ ਮਾਤਰਾਵਾਂ ਲੱਗਦੀਆਂ ਹਨ। ਜੇਕਰ ਤੁਹਾਨੂੰ ਪੁੱਛਿਆ ਜਾਂਦਾ ਹੈ ਅੱਧਕ ਨਾਲ ਕਿੰਨੀਆਂ ਮਾਤਰਾਵਾਂ ਲੱਗਦੀਆਂ ਹਨ ਤਾਂ ਆਪਣਾ ਉੱਤਰ ਹੋਵੇਗਾ 3। ਆਪਾਂ 3 ਹੀ ਉੱਤਰ ਲਗਾਣਾ ਜੋ ਕਿ ਮੈਂ ਤੁਹਾਨੂੰ ਕਰਾਇਆ ਸੀ। ਕਿਹੜੀਆਂ ਪਰ, ਜਿਵੇਂ ਕਿ ਕਿਹੜੀਆਂ ਸਿਹਾਰੀ, ਜਿਵੇਂ ਕਿ ਇੱਟ, ਮੁਕਤਾ, ਜਿਵੇਂ ਕਿ 10। ਹੋਰ ਤੁਸੀਂ ਸੋਚੋ ਕੀ ਹੋ ਸਕਦਾ ਹੈ। ਔਂਕੜ, ਜਿਵੇਂ ਕਿ ਕੁੱਤਾ। ਜੇਕਰ ਤੁਹਾਨੂੰ ਪੁੱਛਿਆ ਤਾਂ ਅੱਧਕ ਨਾਲ ਕਿੰਨੀਆਂ ਮਾਤਰਾਵਾਂ ਹੈ, ਉੱਤਰ ਆਏਗਾ 3। ਸਿਹਾਰੀ, ਮੁਕਤਾ ਤੇ ਔਂਕੜ। ਪਰ ਕੁਝ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਅਜਿਹੇ ਹਨ ਜਿਵੇਂ ਕਿ ਪੈਨ, ਗੈਸ, ਜੇਕਰ ਉਹਨਾਂ ਨੂੰ ਆਪਾਂ ਉਸੇ ਰੂਪ ਵਿੱਚ ਪੰਜਾਬੀ ਵਿੱਚ ਲਿਖੀਏ ਤਾਂ ਦਲਾਵਾਂ ਨਾਲ ਵੀ ਅੱਧਕ ਆ ਜਾਂਦੀ ਹੈ। ਪਰ ਇਸ ਨੂੰ ਆਪਾਂ ਅੱਧਕ ਦੀਆਂ ਮਾਤਰਾਵਾਂ ਵਿੱਚ ਕਾਊਂਟ ਨਹੀਂ ਕਰਾਂਗੇ। ਜੇਕਰ ਅੰਗਰੇਜ਼ੀ ਭਾਸ਼ਾ ਵਾਲੇ ਸ਼ਬਦ ਦੇਖੀਏ ਤਾਂ ਅੱਧਕ ਦਲਾਵਾਂ ਨਾਲ ਵੀ ਆ ਜਾਂਦੀ ਹੈ, ਪਰ ਇਹ ਪੰਜਾਬੀ ਭਾਸ਼ਾ ਦੇ ਸ਼ਬਦ ਨਹੀਂ ਹਨ। ਕਿਉਂਕਿ ਪੈਨ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਨ? ਕਲਮ। ਮਤਲਬ ਪੰਜਾਬੀ ਭਾਸ਼ਾ ਵਿੱਚ ਅੱਧਕ ਨਾਲ ਸਿਰਫ 3 ਮਾਤਰਾਵਾਂ ਹੀ ਲੱਗਦੀਆਂ ਹਨ। ਜੇਕਰ ਆਪਾਂ ਅੰਗਰੇਜ਼ੀ ਭਾਸ਼ਾ ਦੇ ਕੁਝ ਸ਼ਬਦਾਂ ਨੂੰ ਸੇਮ ਟੂ ਸੇਮ ਲਿਖਣਾ ਹੋਵੇ ਤਾਂ ਦਲਾਵਾਂ ਨਾਲ ਵੀ ਕਈ ਵਾਰੀ ਅੱਧਕ ਦਾ ਪ੍ਰਯੋਗ ਹੋ ਜਾਂਦਾ ਹੈ। ਪਹਿਲਾ ਡਾਊਟ। ਉਸ ਤੋਂ ਬਾਅਦ ਤੁਹਾਡਾ ਦੂਸਰਾ ਡਾਊਟ ਸੀ ਟੈਂਕਾ ਕੀ ਹੈ? ਸਵਰ, ਸਵਰਵਾਹਕ ਵਿਅੰਜਨ। ਮੈਂ ਤੁਹਾਨੂੰ ਦੱਸਿਆ ਸੀ ਵੀ ਵਰਣਮਾਲਾ ਵਿੱਚ ਊੜਾ, ਆੜਾ, ਈੜੀ ਇਹ ਸਵਰ ਹਨ। ਇਹਨਾਂ ਤੋਂ ਬਿਨਾਂ ਜਿੰਨੇ ਵੀ ਅੱਖਰ ਹਨ ਸਾਰੇ ਕੀ ਹਨ? ਵਿਅੰਜਨ ਹਨ। ਤਾਂ ਟੈਂਕਾ ਆਪਣਾ ਕੀ ਹੈ? ਵਿਅੰਜਨ ਹੈ। ਇਸ ਦਾ ਉੱਤਰ ਕੀ ਹੋਵੇਗਾ? ਵਿਅੰਜਨ। ਉਸ ਤੋਂ ਬਾਅਦ ਤੁਹਾਡਾ ਤੀਸਰਾ ਡਾਊਟ ਸੀ ਨਾਸਿਕਤਾ ਕੀ ਹੈ? ਆਪਸ਼ਨਾਂ ਵਿੱਚ ਸੀ ਖੰਡੀ ਧੁਨੀਆਂ, ਦੂਸਰੀ ਆਪਸ਼ਨ ਸੀ ਅਖੰਡੀ ਧੁਨੀਆਂ। ਇਸ ਤਰ੍ਹਾਂ ਦੇਖੋ ਤੁਸੀਂ ਯਾਦ ਰੱਖਣਾ ਹੈ ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ ਤੇ ਅਕਸਰ ਕੁਐਸਚਨ ਬਣ ਜਾਂਦਾ ਹੈ। ਕੁਐਸਚਨ ਹਮੇਸ਼ਾ ਇੱਕੋ ਹੀ ਤਰ੍ਹਾਂ ਦਾ ਬਣਦਾ ਹੈ। ਕੀ ਬਣਦਾ ਤੁਸੀਂ ਯਾਦ ਰੱਖਣਾ ਹੈ। ਅਖੰਡੀ ਧੁਨੀਆਂ ਵਿੱਚ ਕੀ ਕੁਝ ਸ਼ਾਮਿਲ ਹੈ? ਨਾਸਿਕਤਾ, ਪਿੱਚ, ਦਬਾਅ, ਸੁਰ, ਤਾਲ। ਇਹ ਸਭ ਚੀਜ਼ਾਂ ਜੋ ਬੋਲਣ ਦੇ ਢੰਗ ਨਾਲ ਸੰਬੰਧਿਤ ਹਨ ਉਹ ਸਭ ਕਿਸ 'ਚ ਆ ਜਾਂਦੀਆਂ ਹਨ? ਅਖੰਡੀ ਧੁਨੀਆਂ ਵਿੱਚ। ਇਸ ਤਰ੍ਹਾਂ ਆਪਣੇ ਇਸ ਪ੍ਰਸ਼ਨ ਦਾ ਉੱਤਰ ਕੀ ਹੁੰਦਾ ਹੈ? ਅਖੰਡੀ ਧੁਨੀਆਂ। ਤੁਹਾਨੂੰ ਪੁੱਛਿਆ ਜਾਂਦਾ ਹੈ ਪਿੱਚ, ਦਬਾਅ, ਸੁਰ ਦਾ ਸੰਬੰਧ ਕਿਹੜੀਆਂ ਧੁਨੀਆਂ ਨਾਲ ਹੈ? ਖੰਡੀ ਜਾਂ ਅਖੰਡੀ। ਅਕਸਰ ਇਹੀ ਕੁਐਸਚਨ ਆਉਂਦਾ ਰਿਹਾ ਹੈ ਬਾਰ-ਬਾਰ। ਤਾਂ ਉਸ ਦਾ ਉੱਤਰ ਕੀ ਆਵੇਗਾ? ਅਖੰਡੀ ਧੁਨੀਆਂ। ਤਾਂ ਖੰਡੀ ਧੁਨੀਆਂ ਵਿੱਚ ਕੀ ਹੁੰਦਾ ਹੈ? ਖੰਡੀ ਧੁਨੀਆਂ ਵਿੱਚ ਸਾਰੇ ਅੱਖਰ ਜਾਂ ਧੁਨੀਆਂ ਆ ਜਾਂਦੀਆਂ ਹਨ। ਜਿਵੇਂ ਕਿ ਆਪਾਂ ਪੜ੍ਹਿਆ ਸੀ ਕੱਲ ਵਰਣਮਾਲਾ ਵਿੱਚ ਕਿੰਨੇ ਅੱਖਰ ਹਨ? 35 ਜਾਂ 41। ਤਾਂ ਖੰਡੀ ਧੁਨੀਆਂ ਵਿੱਚ ਸਾਰੇ ਦੇ ਸਾਰੇ ਅੱਖਰ ਆ ਜਾਂਦੇ ਹਨ। 41 ਅੱਖਰ ਕਿਸ ਵਿੱਚ ਆ ਜਾਂਦੇ ਹਨ? ਖੰਡੀ ਧੁਨੀਆਂ ਵਿੱਚ। ਤੁਹਾਨੂੰ ਪੁੱਛਿਆ ਜਾਂਦਾ ਸੱਸਾ ਕੀ ਹੈ? ਤਾਂ ਆਪਾਂ ਕੀ ਕਹਿ ਦਾਂਗੇ? ਖੰਡੀ ਧੁਨੀ ਹੈ। ਠੀਕ ਹੈ। ਆਪਾਂ ਹੁਣ ਤੱਕ ਕੀ ਵੇਖਿਆ ਹੈ? ਟੈਂਕਾ ਕੀ ਹੈ? ਵਿਅੰਜਨ ਹੈ। ਅੱਧਕ ਨਾਲ ਕਿੰਨੀਆਂ ਮਾਤਰਾ ਲੱਗਦੀਆਂ ਹਨ? 2, 3 ਅੱਧਕ ਨਾਲ 3 ਮਾਤਰਾ ਲੱਗਦੀਆਂ ਹਨ। ਤੀਸਰਾ ਕੁਐਸਚਨ ਸੀ ਨਾਸਿਕਤਾ ਕੀ ਹੈ। ਇਹ ਤੁਹਾਡੇ ਆਖਰੀ ਲੈਕਚਰ ਨਾਲ ਸੰਬੰਧਿਤ ਡਾਊਟ ਹਨ। ਹੁਣ ਆਪਾਂ ਵੇਖਾਂਗੇ ਸ਼ਬਦ ਬੋਧ ਨਾਲ ਸੰਬੰਧਿਤ ਕੁਐਸਚਨ। ਸ਼ਬਦ ਬੋਧ ਯਾਨੀ ਕਿ ਨਾਮ ਤੇ ਕਲੀਅਰ ਹੈ। ਸ਼ਬਦ ਦੇ ਬਾਰੇ ਜੋ ਆਪਾਂ ਧਿਆਨ ਕਰਦੇ ਹਾਂ ਉਸ ਨਾਲ ਸੰਬੰਧਿਤ ਕੀ ਹੈ? ਸ਼ਬਦ ਬੋਧ। ਸਭ ਤੋਂ ਪਹਿਲਾਂ ਸਮਝਣਾ ਜ਼ਰੂਰੀ ਹੈ ਸ਼ਬਦ ਕੀ ਹੈ। ਸ਼ਬਦ ਕੁਝ ਨਹੀਂ ਹੈ, ਲਗਾ ਮਾਤਰਾ, ਧੁਨੀਆਂ, ਸਵਰਾਂ, ਵਿਅੰਜਨਾਂ ਦੇ ਮੇਲ ਤੋਂ ਕੀ ਬਣਦੇ ਹਨ? ਸ਼ਬਦ ਬਣਦੇ ਹਨ। ਜਿਵੇਂ ਕੀ ਹੈ? ਵਿਅੰਜਨਾਂ ਦੇ ਮੇਲ ਤੋਂ ਅਮਰ। ਇਸ ਵਿੱਚ ਵਿਅੰਜਨ ਵੀ ਹੈ, ਮੁਕਤਾ ਵੀ ਹੈ। ਮੁਕਤਾ ਕੀ ਹੁੰਦਾ? ਜਿਹੜੇ ਕੋਈ ਮਾਤਰਾ ਨਹੀਂ। ਤਾਂ ਅਮਰ ਇਹ ਕੀ ਬਣ ਗਿਆ? ਇੱਕ ਸ਼ਬਦ ਬਣ ਗਿਆ। ਪਰ ਤੁਹਾਨੂੰ ਕੁਐਸਚਨ ਕੀ ਬਣਦਾ ਹੈ
ਇਹ ਦੋ ਕੁਐਸਚਨ ਬਹੁਤ ਇੰਪੋਰਟੈਂਟ ਨੇ, ਤੁਸੀਂ ਸਟਾਰ ਮਾਰਕ ਲਗਾ ਸਕਦੇ ਹੋ। ਜਿਵੇਂ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ, ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ, ਇਹ ਕੁਐਸਚਨ ਹੀ ਬਣੂਗਾ ਤੁਹਾਨੂੰ, ਡਿਟੋ ਕੁਐਸਚਨ ਬਣ ਸਕਦਾ ਤੁਹਾਨੂੰ ਇਹ, ਤੁਸੀਂ ਇਹ ਕੁਐਸਚਨ ਚੰਗੀ ਤਰ੍ਹਾਂ ਯਾਦ ਰੱਖਣਾ ਹੈ। ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ, ਧੁਨੀ। मतलब अपन भाषा देखी, भाषा में सब तो छोटा की है, धुनी की है, कुछ नहीं है, आवाज है, आ उ ई, ये सब की है धुनियां ने। भाषा की सब तो छोटी इकाई की है, धुनी। पर तुहानू इत्थे मैं थोड़ा जिहा स्वरूप चेंज कर रहा क्वेश्चन का। भाषा की सब तो छोटी सार्थक इकाई की है। सार्थक मतलब जिसका कोई अर्थ निकलता हो। हुण मैं धुनी की है, उसका कोई अर्थ नहीं निकलता, आ ई, इसका कोई स्वतंत्र रूप में कोई अर्थ नहीं निकलता। तो क्वेश्चन मारे भाषा की सब तो छोटी सार्थक इकाई की है, तो उत्तर भी आएगा शब्द। दो क्वेश्चन ने, सब तो छोटी इकाई धुनी, सब तो छोटी सार्थक इकाई शब्द। तो इस तरह आप वेख्या शब्द ना संबंधित की क्वेश्चन बनता है। उस तो बाद शब्द बोध विच आपां कहिए शब्द की क्लासीफिकेशन पढ़ांगे भी शब्दां नूं आपां किन्ने भागां विच वंड सकदे हां। ठीक है, जेकर आप देखिए अर्थ के आधार पर तो क्वेश्चन बन सकता है अर्थ के आधार पर शब्दों को किन्ने भागों में वंड सकते हैं, तो उत्तर की आएगा दो। अर्थ के आधार पर शब्द की हो सकते हैं, दो तरह के हो सकते हैं। किहड़े-किहड़े, या तो उन्होंने अर्थ निकलेगा या नहीं निकलेगा। सार्थक शब्द अते निरार्थक शब्द। ठीक है, सार्थक शब्द ते निरार्थक शब्द। सार्थक जिन्हां दा अर्थ निकलता है जिवें कि पानी, निरार्थक शब्द जिन्हां दा कोई अर्थ नहीं निकलता। निरार्थक शब्दों की विशेषता है कि ये अक्सर सार्थक शब्दों नाल ही प्रयोग विच आउंदे हन। जिवें पानी धानी, इस विच धानी की है, निरार्थक शब्द है, पर ये किस दे नाल आ रहा है, सार्थक शब्द पानी के नाल आ रहा है। आप धानी धानी शब्द का प्रयोग कभी भी नॉर्मली नहीं करांगे, पानी के नाल ही पानी धानी कहांगे। तो निरार्थक जिसका अर्थ नहीं निकल रहा, पर यह तो सबनों पता होगा सार्थक निरार्थक की है। क्वेश्चन की बन रहा है, बस वो याद रखना है भी अर्थ के आधार पर कितने तरह के शब्द, दो तरह के, किहड़े सार्थक अते निरार्थक। उस तो बाद उत्पत्ति के आधार पर शब्द कितने तरह के हैं, या उत्पत्ति के आधार पर कह सकते हैं, या रचना के हिसाब से कह सकते हैं। तो क्वेश्चन है रचना के हिसाब से शब्द कितने तरह के हैं, तो दो तरह के हैं अगेन, मूल शब्द अते रचित शब्द। मूल शब्द अते रचित शब्द। मूल शब्द की है, जिमें कि जिसनों आपां होर छोटे खंडा, भाषा की छोटी तो छोटी स्वतंत्र इकाई जिसनों आपां होर खंडा विच नहीं बन सकते। मतलब कहने का मतलब की है, जिसका अर्थ निकलता है सब तो छोटा रूप है भाषा शब्द का पढ़। जेकर आप इन्हू होर डिवाइड करांगे, पढ़ नूं प करांगे, तो वो की हो जाएगा, अर्थहीन हो जाएगा। तो मूल शब्द की ने, शब्द का छोटे तो छोटा रूप है जिसनों आप होर भागां नहीं बन सकते, तो उसका अर्थ भी निकलता है। रचित शब्द की है, जो मूल शब्दों के नाल अगेतर या पिछेतर लगा के बनाए जाते हैं। अगेतर या पिछेतर लगा के बनाए जाते हैं। जिवें अपना मूल शब्द की है पढ़, इस नाल मैं की करता, एक पिछेतर लगाता आई, तो अपना की बन जूगा पढ़ाई। इस तरह जो मूल शब्दों नाल अगेतर या पिछेतर लगा के बनते हैं वो की हैं, रचित शब्द हैं। ये की ने रचना के आधार पर, मूल शब्द ते रचित शब्द। पहला आप की पढ़िया है शब्द किहड़े, अपने अर्थ के आधार पर। ठीक है, उस तो बाद होर लिंग के आधार पर हो सकते हैं पुलिंग, स्त्रीलिंग। ठीक है, वचन के आधार पर एक वचन, बहुवचन, सबनों पता ही है, उसकी जरूरत नहीं है। ठीक है, तो उस तो बिना शब्द किहड़े होंदे ने, वो देख लो। उस तो बाद अपना आंदा है तत्सम, उत्पत्ति के आधार पर। उत्पत्ति के आधार पर आप मेनली दो तरह के शब्द पढ़ते हैं जिन्हों के क्वेश्चन बनते हैं, तत्सम शब्द अते
ਤਦਭਵ ਸ਼ਬਦ। ਤਤਸਮ ਸ਼ਬਦ ਕਿਹੜੇ ਹਨ? ਜਿਹੜੇ ਕੀ ਹੈ ਕਿਸੇ ਹੋਰ ਭਾਸ਼ਾ ਤੋਂ ਹੂਬਹੂ ਲੈ ਲਏ ਜਾਂਦੇ ਹਨ। ਜਿਹੜੇ ਕਿ ਆਪਾਂ ਕਿਸੇ ਹੋਰ ਭਾਸ਼ਾ ਤੋਂ ਹੂਬਹੂ ਲੈ ਲੈਂਦੇ ਆ, ਉਹ ਕੀ ਹਨ? ਤਤਸਮ ਸ਼ਬਦ ਹਨ। ਤਦਭਵ ਸ਼ਬਦ ਕੀ ਹਨ? ਇਹ ਵੀ ਹੋਰ ਭਾਸ਼ਾ ਤੋਂ ਲਏ ਗਏ ਹਨ, ਪਰ ਉਹਨਾਂ ਦਾ ਆਪਾਂ ਸਰੂਪ ਆਪਣੀ ਭਾਸ਼ਾ ਦੇ ਅਕੋਰਡਿੰਗ ਬਦਲ ਲੈਂਦੇ ਆ। ਜਿਵੇਂ ਐਗਜ਼ਾਮਪਲ ਲੈਂਦੇ ਆ, ਹਿੰਦੀ ਭਾਸ਼ਾ ਦਾ ਸ਼ਬਦ ਹੈ ਜੀਤ। ਜੀਤ ਦਾ ਆਪਾਂ ਸਰੂਪ ਆਪਦੇ ਹਿਸਾਬ ਨਾਲ ਬਦਲ ਕੇ ਕੀ ਕਰ ਦਿੱਤਾ? ਜਿੱਤ। ਲਿਆ ਆਪਾਂ ਕਿਸ ਤੋਂ ਹੈ? ਹਿੰਦੀ ਤੋਂ, ਪਰ ਆਪਾਂ ਇਹਦਾ ਸਰੂਪ ਬਦਲਤਾ। ਇਸ ਨੂੰ ਪੰਜਾਬੀ 'ਚ ਆਪਾਂ ਜੀਤ ਨਹੀਂ ਕਹਿ ਰਹੇ। ਤੇ ਜੇਕਰ ਇਹਨੂੰ ਆਪਾਂ ਪੰਜਾਬੀ 'ਚ ਵੀ ਜੀਤ ਹੀ ਕਹਿ ਰਹੇ ਹੁੰਦੇ ਤਾਂ ਆਪਾਂ ਕਿਹੜਾ ਸ਼ਬਦ ਹੁੰਦਾ ਇਹ? ਤਤਸਮ ਸ਼ਬਦ। ਤਤਸਮ ਸ਼ਬਦ ਕੀ ਹੈ? ਜਿਸ ਦਾ ਕੀ ਹੈ ਹੋਰ ਭਾਸ਼ਾ ਵਿੱਚ ਹੂਬਹੂ ਲਏ ਜਾ ਰਹੇ ਨੇ। ਤਦਭਵ ਸ਼ਬਦ ਕੀ ਹੈ? ਜਿਹੜੇ ਆਪਾਂ ਹੋਰ ਭਾਸ਼ਾ ਤੋਂ ਕੀ ਹੈ ਉਹਨਾਂ ਦਾ ਥੋੜਾ ਬਹੁਤ ਸਰੂਪ ਬਦਲ ਰਹੇ ਹਾਂ। ਜਿਵੇਂ ਜੀਤ ਤੋਂ ਆਪਾਂ ਕੀ ਬਣਾ ਦਿੱਤਾ? ਜਿੱਤ। ਜੇ ਜੀਤ ਜਿੱਤ ਬਣਾਇਆ ਤਾਂ ਕੀ ਹੋ ਗਿਆ ਇਹ? ਤਦਭਵ ਸ਼ਬਦ। ਠੀਕ ਹੈ। ਜੇਕਰ ਆਪਾਂ ਉਸ ਨੂੰ ਉਸੇ ਰੂਪ ਵਿੱਚ ਲੈ ਰਹੇ ਹਾਂ ਤਾਂ ਉਹ ਕੀ ਹੋ ਗਏ? ਤਤਸਮ ਸ਼ਬਦ। ਜੇ ਮੈਂ ਕਹਿੰਦਾ ਪੈਨ, ਪੈਨ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ। ਜੇਕਰ ਆਪਾਂ ਇਹਨੂੰ ਪੰਜਾਬੀ 'ਚ ਵੀ ਪੈਨ ਹੀ ਲਿਖ ਰਹੇ ਹਾਂ, ਪੈਨ ਹੀ ਵਰਤੋਂ ਕਰ ਰਹੇ ਹਾਂ, ਤਾਂ ਪੈਨ ਕੀ ਹੋ ਜਾਏਗਾ? ਤਤਸਮ ਸ਼ਬਦ ਹੋ ਜਾਏਗਾ। ਇੱਕ ਤਰ੍ਹਾਂ ਆਪਾਂ ਹੁਣ ਕੀ ਦੇਖਿਆ, ਦੇਖੋ ਰਚਨਾ ਦੇ ਆਧਾਰ ਤੇ ਮੂਲ ਸ਼ਬਦ ਅਤੇ ਰਚਿਤ ਸ਼ਬਦ, ਅਰਥ ਦੇ ਆਧਾਰ ਤੇ ਸਾਰਥਕ ਅਤੇ ਨਿਰਾਰਥਕ, ਲਿੰਗ ਦੇ ਆਧਾਰ ਤੇ ਪੁਲਿੰਗ ਇਸਤਰੀ ਲਿੰਗ, ਵਚਨ ਦੇ ਆਧਾਰ ਤੇ ਇੱਕ ਵਚਨ ਬਹੁਵਚਨ, ਅਤੇ ਹੁਣ ਆਪਾਂ ਦੇਖਿਆ ਉਤਪਤੀ ਦੇ ਆਧਾਰ ਤੇ ਵੀ ਕਿੱਥੋਂ ਆ ਰਹੇ ਨੇ। ਜੇ ਹੋਰ ਭਾਸ਼ਾ ਤੋਂ ਆ ਰਹੇ ਨੇ, ਜਿਹੜੇ ਹੋਰ ਭਾਸ਼ਾ ਤੋਂ ਆਉਣ ਵਾਲੇ ਦੋ ਤਰ੍ਹਾਂ ਦੇ ਨੇ, ਤਤਸਮ ਸ਼ਬਦ ਅਤੇ ਤਦਭਵ ਸ਼ਬਦ। ਤਤਸਮ ਜਿਵੇਂ ਕਿ ਹੂਬਹੂ ਲੈ ਜਾ ਰਹੇ ਨੇ, ਤਦਭਵ ਜਿਹੜੇ ਕੀ ਨੇ ਆਪਾਂ ਆਪਣੇ ਅਕੋਰਡਿੰਗ ਸਰੂਪ ਚੇਂਜ ਕਰ ਲਿਆ। ਉਸ ਤੋਂ ਬਾਅਦ ਆਉਂਦੇ ਹਨ ਰੂਪ ਦੇ ਆਧਾਰ ਤੇ। ਰੂਪ ਦੇ ਆਧਾਰ ਤੇ ਸ਼ਬਦ ਕਿੰਨੇ ਤਰ੍ਹਾਂ ਦੇ ਹਨ? ਵਿਕਾਰੀ ਅਤੇ ਅਵਿਕਾਰੀ। ਰੂਪ ਦੇ ਆਧਾਰ ਤੇ ਸ਼ਬਦ ਕਿੰਨੇ ਤਰ੍ਹਾਂ ਦੇ ਹਨ? ਵਿਕਾਰੀ ਅਤੇ ਅਵਿਕਾਰੀ ਸ਼ਬਦ ਹਨ। ਵਿਕਾਰੀ ਅਤੇ ਅਵਿਕਾਰੀ ਜੋ ਸ਼ਬਦ ਲਿੰਗ ਜਾਂ ਵਚਨ ਦੇ ਅਨੁਸਾਰ ਆਪਣਾ ਰੂਪ ਬਦਲ ਲੈਂਦੇ ਹਨ। ਜੋ ਸ਼ਬਦ ਲਿੰਗ ਜਾਂ ਵਚਨ ਦੇ ਅਨੁਸਾਰ ਆਪਣਾ ਰੂਪ ਬਦਲ ਲੈਂਦੇ ਹਨ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਵਿਕਾਰੀ ਸ਼ਬਦ ਕਹਿੰਦੇ ਹਾਂ। ਤੁਹਾਨੂੰ ਸਮਝਾਉਂਗਾ ਐਗਜ਼ਾਮਪਲ ਦੇ ਨਾਲ ਪ੍ਰੋਪਰ। ਠੀਕ ਹੈ। ਤੇ ਜੋ ਸ਼ਬਦ ਲਿੰਗ ਜਾਂ ਵਚਨ ਦੇ ਅਨੁਸਾਰ ਆਪਣਾ ਰੂਪ ਨਹੀਂ ਬਦਲਦੇ, ਉਸ ਨੂੰ ਆਪਾਂ ਕੀ ਕਹਿੰਦੇ ਆ? ਅਵਿਕਾਰੀ ਸ਼ਬਦ। ਅਵਿਕਾਰੀ ਮਤਲਬ ਕੋਈ ਵੀ ਮਤਲਬ ਵਿਕਾਰ ਨਹੀਂ, ਕੋਈ ਵੀ ਵਿੰਗ ਵੱਲ ਕੋਈ ਵੀ ਚੇਂਜ ਨਹੀਂ ਆ ਰਿਹਾ। ਜੇ ਚੇਂਜ ਨਹੀਂ ਆ ਰਿਹਾ ਤਾਂ ਅਵਿਕਾਰੀ, ਜੇ ਚੇਂਜ ਆ ਰਿਹਾ ਤਾਂ ਵਿਕਾਰੀ। ਠੀਕ ਹੈ। ਤਾਂ ਇਸ ਵਿੱਚ ਐਗਜ਼ਾਮਪਲ ਲੈ ਸਕਦੇ ਹੋ। देखो जे इस विच की है काला शब्द की है लिंग के अनुसार भी अपना रूप बदल रहा है, वचन के अनुसार भी। घोड़े तो मैंने घोड़ी करया तो काले तो की बन गया? काली। आपका रूप चेंज कर गया ना ये। घोड़ी तो घोड़े करया तो की बन गया? काले। जिहड़ा मतलब चेंज हो रहा है, काला तो काली बन गया या काले बन गया। जो चेंज हो रहा तो की है? विकारी शब्द। जो मान लो इत्थे मैं काले की जगह की लेना लाल, ये घोड़ा लाल है, यह घोड़िया ये घोड़ी लाल है, ये घोड़े लाल हैं। देखो मैंने लिंग भी बदल के देख लिया, वचन भी बदल के देख लिया, पर जो लाल शब्द है इसका स्वरूप की आप चेंज नहीं हो रहा, तो यह किस च आ जाऊगा? अविकारी च। इस तरह मैं तुहानूं दस्सिया जो लिंग वचन के अकॉर्डिंग चेंज हो रहा है विकारी, जो लिंग वचन के अकॉर्डिंग चेंज नहीं हो रहा वो की है? अविकारी। जिवें ये घोड़ा लाल है, ये घोड़ी भी आप एवं कहांगे लाल है ही कहांगे, एंड कहते ये घोड़ी लाली है या ये घोड़ी लाले हैं। जे पंजाब ये ही काला होंगे की जगह फिर आप कहते ये घोड़ी काली है। मतलब ये लिंग या वचन के अनुसार रूप नहीं बदल रहा तो अविकारी है, ये रूप बदल रहा है तो की है? विकारी है। तो पूछ सकते हैं इन्होंने कि विकारी शब्द नहीं है या कि अविकारी शब्द नहीं है, तो तुम जो वाक बना के देख सकते हो ਜਿਹੜਾ इस तरह ही कोई भी सिंपल वाक। ठीक है। जो रूप चेंज हो रहा होगा तो की है? विकारी। जो नहीं चेंज हो रहा होगा तो अविकारी। ये अपने रूप के आधार पर हो गए।
ਆਪਾਂ ਤਤਸਮ ਦੇਖੇ, ਤਦਭਵ ਦੇਖੇ, ਵਿਕਾਰੀ ਦੇਖੇ, ਅਵਿਕਾਰੀ ਦੇਖੇ, ਸਾਰਥਕ ਦੇਖੇ, ਨਿਰਾਰਥਕ ਦੇਖੇ, ਮੂਲ ਸ਼ਬਦ ਦੇਖੇ ਅਤੇ ਰਚਿਤ ਸ਼ਬਦ ਦੇਖੇ। ਉਸ ਤੋਂ ਬਿਨਾਂ ਆਪਾਂ ਕੀ ਵੇਖਿਆ? ਉਸ ਤੋਂ ਬਿਨਾਂ ਆਪਾਂ ਦੇਖਿਆ ਪੁਲਿੰਗ, ਇਸਤਰੀ ਲਿੰਗ, ਲਿੰਗ ਦੇ ਆਧਾਰ ਤੇ, ਵਚਨ ਦੇ ਆਧਾਰ ਤੇ। ਹੁਣ ਸ਼ਬਦ ਦੀ ਆਪਣੀ ਆਖਰੀ ਕਲਾਸੀਫਿਕੇਸ਼ਨ, ਮੇਨ ਕਲਾਸੀਫਿਕੇਸ਼ਨ ਜਿਹੜੀ ਮਹੱਤਵਪੂਰਨ ਆਖਰੀ ਕਲਾਸੀਫਿਕੇਸ਼ਨ ਹੈ ਮਹੱਤਵਪੂਰਨ, ਉਹ ਹੁਣ ਆਪਾਂ ਦੇਖਾਂਗੇ ਪ੍ਰਯੋਗ ਦੇ ਆਧਾਰ ਤੇ। ਪ੍ਰਯੋਗ ਦੇ ਆਧਾਰ ਤੇ ਸ਼ਬਦ ਕਿੰਨੇ ਤਰ੍ਹਾਂ ਦੇ ਹੁੰਦੇ ਹਨ? ਪ੍ਰਯੋਗ ਦੇ ਆਧਾਰ ਤੇ ਸ਼ਬਦ ਕਿੰਨੇ ਹਨ? 8 ਤਰ੍ਹਾਂ ਦੇ। ਵਿਭਾਗ ਵਿੱਚ ਸ਼ਬਦਾਂ ਦਾ ਪ੍ਰਯੋਗ ਕਿਸ ਤਰ੍ਹਾਂ ਹੋ ਰਿਹਾ ਹੈ ਉਸ ਆਧਾਰ ਤੇ ਕਿੰਨੇ ਹਨ? 8 ਤਰ੍ਹਾਂ ਦੇ ਹਨ। ਕਿਹੜੇ 8 ਤਰ੍ਹਾਂ ਦੇ ਹਨ? ਨਾਮ, ਪੜਨਾਮ, ਕਿਰਿਆ, ਵਿਸ਼ੇਸ਼ਣ, ਉਸ ਤੋਂ ਬਾਅਦ ਵਿਸਮਿਕ ਲੈ ਸਕਦੇ ਹੋ, ਯੋਜਕ ਲੈ ਸਕਦੇ ਹੋ, ਕਿਰਿਆ ਵਿਸ਼ੇਸ਼ਣ ਲੈ ਸਕਦੇ ਹੋ, ਸੰਬੰਧਕ ਲੈ ਸਕਦੇ ਹੋ। ਇਸ ਤਰ੍ਹਾਂ ਕੀ ਨੇ? 8 ਤਰ੍ਹਾਂ ਦੇ ਨੇ ਪ੍ਰਯੋਗ ਦੇ ਆਧਾਰ ਤੇ। ਹੁਣ ਮੈਂ ਤੁਹਾਨੂੰ ਇਹ ਲੈਕਚਰ ਰਿਵਾਈਜ਼ ਕਰਾ ਰਿਹਾ, ਫਿਰ ਉਸ ਤੋਂ ਬਾਅਦ ਆਪਾਂ ਅਗਲੇ ਲੈਕਚਰ ਵਿੱਚ ਕੀ ਕਰਾਂਗੇ? ਜਿਹੜੇ ਪ੍ਰਯੋਗ ਦੇ ਆਧਾਰ ਤੇ 8 ਤਰ੍ਹਾਂ ਦੇ ਸ਼ਬਦ ਹਨ, ਇਹ ਕਾਫੀ ਮਹੱਤਵਪੂਰਨ ਹਨ, ਇਹਨਾਂ ਵਿੱਚ ਪ੍ਰਸ਼ਨ ਬਣਦੇ ਹਨ। ਤਾਂ ਆਪਾਂ ਅਗਲੇ ਪਾਰਟ ਵਿੱਚ ਕੀ ਹੈ? ਨਾਮ ਅਤੇ ਪੜਨਾਮ ਬਾਰੇ ਸਮਝਾਂਗੇ, ਫਿਰ ਉਸ ਤੋਂ ਬਾਅਦ ਕਿਰਿਆ ਅਤੇ ਵਿਸ਼ੇਸ਼ਣ ਬਾਰੇ, ਫਿਰ ਵਿਸਮਿਕ ਅਤੇ ਯੋਜਕ ਬਾਰੇ, ਕਿਰਿਆ ਵਿਸ਼ੇਸ਼ਣ ਅਤੇ ਸੰਬੰਧਕ ਬਾਰੇ। ਇਸ ਤਰ੍ਹਾਂ ਆਪਣਾ ਪੂਰਾ ਕੀ ਹੈ? ਸ਼ਬਦ ਬੋਧ ਪੂਰਾ ਹੋ ਜਾਏਗਾ। ਰਿਵੀਜ਼ਨ ਵਿੱਚ ਦੇਖੋ ਕੀ ਪੜਿਆ ਆਪਾਂ। ਸ਼ਬਦ ਪਹਿਲਾਂ ਮੈਂ ਤੁਹਾਨੂੰ ਡਾਊਟਸ ਕਲੀਅਰ ਕਰੇ ਨੇ। ਅੱਧਕ ਨਾਲ ਕੀ ਹੈ? 3 ਮਾਤਰਾ ਲੱਗਦੀਆਂ ਹਨ, ਹਾਲਾਂਕਿ ਦਲਾਵਾਂ ਲੱਗ ਜਾਂਦੀ ਹੈ, ਪਰ ਉਹ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਲਈ ਹੈ। ਪੰਜਾਬੀ ਵਿੱਚ ਅੱਧਕ ਨਾਲ ਕੀ ਹੈ? ਮੇਨਲੀ ਆਪਾਂ 3 ਹੀ ਮਾਤਰਾਵਾਂ ਲਗਾਉਂਦੇ ਹਾਂ। ਫਿਰ ਤੁਹਾਨੂੰ ਦੱਸਿਆ ਟੈਂਕਾ ਕੀ ਹੈ? ਟੈਂਕਾ ਕੀ ਹੈ? ਵਿਅੰਜਨ ਹੈ। ਫਿਰ ਤੁਹਾਨੂੰ ਮੈਂ ਦੱਸਿਆ ਖੰਡੀ ਧੁਨੀਆਂ ਕੀ ਹਨ ਅਤੇ ਅਖੰਡੀ ਧੁਨੀਆਂ ਕੀ ਹਨ। ਉਸ ਤੋਂ ਬਾਅਦ ਆਪਾਂ ਦੇਖਿਆ ਸ਼ਬਦ ਬੋਧ ਵਿੱਚ ਸ਼ਬਦ ਕੀ ਹੈ? ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ, ਪਰ ਸਭ ਤੋਂ ਛੋਟੀ ਸਾਰਥਕ ਇਕਾਈ ਕੀ ਹੈ? ਸ਼ਬਦ ਹੈ। ਉਸ ਤੋਂ ਬਾਅਦ ਆਪਾਂ ਦੇਖਿਆ ਸ਼ਬਦ ਦੇ ਆਧਾਰ ਤੇ ਆਪਾਂ ਸ਼ਬਦ ਨੂੰ ਆਪਾਂ ਵੱਖ-ਵੱਖ ਤਰ੍ਹਾਂ ਨਾਲ ਕਲਾਸੀਫਿਕੇਸ਼ਨ ਕਰ ਰਹੇ ਹਾਂ। ਬੇਸਿਕਲੀ ਸ਼ਬਦ ਕਿੰਨੇ ਤਰ੍ਹਾਂ ਦੇ? ਜਾਂ ਤਾਂ 2 ਤਰ੍ਹਾਂ ਦਾ ਹੁੰਦਾ ਮੇਨ, ਜਾਂ 1 ਤਰ੍ਹਾਂ ਦਾ ਹੁੰਦਾ ਹੈ। ਜੇ ਕੋਈ ਹੋਰ ਆਪਸ਼ਨ ਆ ਰਹੀ ਤੁਸੀਂ ਕੱਟ ਸਕਦੇ ਹੋ, ਠੀਕ ਹੈ। ਮੇਨਲੀ ਸ਼ਬਦ ਜਾਂ 2 ਤਰ੍ਹਾਂ ਦਾ ਹੁੰਦਾ ਜਾਂ 8 ਤਰ੍ਹਾਂ ਦਾ। ਲਿੰਗ ਦੇ ਆਧਾਰ ਤੇ ਜਿਵੇਂ ਪੁਲਿੰਗ, ਇਸਤਰੀ ਲਿੰਗ, ਠੀਕ ਹੈ। ਵਚਨ ਦੇ ਆਧਾਰ ਤੇ ਇੱਕ ਵਚਨ, ਬਹੁਵਚਨ। ਅਰਥ ਦੇ ਆਧਾਰ ਤੇ ਸਾਰਥਕ, ਨਿਰਾਰਥਕ। ਨਿਰਾਰਥਕ ਕਿਹਦੇ ਨਾਲ ਆਉਂਦੇ ਨੇ? ਸਾਰਥਕ ਨਾਲ ਹੀ ਆਉਂਦੇ ਨੇ। ਰਚਨਾ ਦੇ ਆਧਾਰ ਤੇ ਮੂਲ ਸ਼ਬਦ ਜਾਂ ਰਚਿਤ ਸ਼ਬਦ। ਉਤਪਤੀ ਦੇ ਆਧਾਰ ਤੇ ਵੀ ਕਿੱਥੋਂ ਸ਼ਬਦ ਆਏ, ਤਤਸਮ, ਤਦਭਵ, ਇਹ ਮੇਨ ਨੇ, ਠੀਕ ਹੈ। ਇਸ ਤਰ੍ਹਾਂ ਹੀ ਆਪਾਂ ਫਿਰ ਕੀ ਦੇਖਿਆ ਹੈ? ਪ੍ਰਯੋਗ ਦੇ ਆਧਾਰ ਤੇ ਵੇਖਿਆ, ਰੂਪ ਦੇ ਆਧਾਰ ਤੇ ਦੇਖਿਆ ਵਿਕਾਰੀ ਅਤੇ ਅਵਿਕਾਰੀ। ਜਿਹੜੇ ਚੇਂਜ ਹੋ ਰਹੇ ਨੇ ਵਿਕਾਰੀ, ਉਹ ਚੇਂਜ ਨਹੀਂ ਹੋ ਰਹੇ ਉਹ ਕੀ ਨੇ? ਅਵਿਕਾਰੀ। ਆਸ ਤੁਹਾਨੂੰ ਸਮਝ ਆਈ ਹੋਵੇਗੀ। ਅਗਲੇ ਲੈਕਚਰ ਵਿੱਚ ਆਪਾਂ ਨਾਮ ਅਤੇ ਪੜਨਾਮ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ।